ABC ਪੰਜਾਬ ਦੇ ਖਾਸ ਪ੍ਰੋਗਰਾਮ ਖਾਸ ਬੁਲੇਟਿਨ ਦੇਸ਼ ਦਾ ਖਬਰਨਾਮਾ ਵੀ ਤੁਹਾਡਾ ਸਵਾਗਤ ਹੈ। ਪਹਿਲਾਂ ਅੱਜ ਦੇਖਦੇ ਹਾਂ ਦੇਸ਼ ਪੱਧਰ ਦੀਆਂ ਪ੍ਰਮੁੱਖ ਖਬਰਾਂ। 200 ਘੰਟੇ ਦੀ ਬਾਤਚੀਤ ਤੈਅ ਹੋਇਆ G20 ਦਾ ਘੋਸ਼ਣਾ ਪੱਤਰ। ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਕੋਰਟ ਵਿੱਚ ਕੀਤੇ ਗਏ ਪੇਸ਼। ਯੂਪੀ ਸਮੇਤ 17 ਸੂਬਿਆਂ ਵਿੱਚ ਭਾਰੀ ਵਰਖਾ ਹੋਣ ਦਾ ਅਲਰਟ। ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਆਪਣੀ ਪਤਨੀ ਅਕਸ਼ਾ ਸੁਨਕ ਦੇ ਨਾਲ ਅਕਸ਼ਰਧਾਮ ਮੰਦਰ ਪਹੁੰਚੇ। G20 'ਚ ਸਾੜੀਆਂ ਅਤੇ ਸੂਟ ਦੇ ਵਿੱਚ ਵਿਦੇਸ਼ੀ ਮਹਿਮਾਨ ਦਿਖੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਾਜ਼ੀਲ ਨੂੰ ਦਿੱਤੀ G20 ਦੀ ਮੈਂਬਰਸ਼ਿਪ। ਬੰਗਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਬੋਲੇ ਇੰਡੀਆ ਦਾ ਨਾਮ ਬਦਲਿਆ ਜਾਊਗਾ। ਭਾਰਤ ਦੇ ਨਾਲ ਇਕਨੋਮਿਕ ਕੋਰੀਡੋਰ ਬਣਾਏਗਾ ਯੂਰਪ ਅਤੇ ਮਿਡਲ ਈਸਟ। ਹੁਣ ਖਬਰਾਂ ਵਿਸਤਾਰ ਨਾਲ। G20 ਸਿਖਰ ਸੰਮੇਲਨ ਦੇ ਪਹਿਲੇ ਦਿਨ ਦੁਪਹਿਰ ਕਰੀਬ 3:30 ਵਜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਸਰੇ ਸੈਸ਼ਨ ਨੂੰ ਸੰਬੋਧਨ ਕਰ ਰਹੇ ਸੀ। ਇਸੇ ਦੌਰਾਨ ਉਹਨਾਂ ਨੇ ਇੱਕ ਘੋਸ਼ਣਾ ਕੀਤੀ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਬੋਲੇ ਕਿ ਇੱਕ ਖੁਸ਼ਖਬਰੀ ਮਿਲੀ ਆ ਹੁਣੇ ਸਾਡੀ ਟੀਮ ਅਤੇ ਸਾਰਿਆਂ ਦੇ ਹਾਰਡ ਵਰਕ ਦੇ ਨਾਲ ਨਵੀਂ ਦਿੱਲੀ ਡੈਕਲੇਰੇਸ਼ਨ ਤੇ ਸਹਿਮਤੀ ਬਣ ਗਈ ਆ। ਜਿਸ ਟੀਮ ਦਾ ਪ੍ਰਾਈਮ ਮਿਨਿਸਟਰ ਮੋਦੀ ਨੇ ਜ਼ਿਕਰ ਕੀਤਾ ਉਸ ਵਿੱਚ G20 ਦੇ ਸ਼ੂਰਪਾ ਅਮਿਤਾਭ ਕਾਂਤ ਨੇ ਅਹਿਮ ਭੂਮਿਕਾ ਨਿਭਾਈ। ਇਸ ਲਈ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਵੀ ਉਹਨਾਂ ਦੀ ਤਾਰੀਫ ਕੀਤੀ। ਸ਼ੂਰਪਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਤੇ ਲਿਖਿਆ 200 ਘੰਟੇ ਤੱਕ ਬਿਨਾਂ ਰੁਕੇ ਚੱਲੀ ਬਾਤਚੀਤ, 300 ਦਵੱਲੀਆਂ ਮੀਟਿੰਗਾਂ, 15 ਡਰਾਫਟ ਦੇ ਬਾਅਦ ਸਭ ਤੋਂ ਮੁਸ਼ਕਲ ਹਿੱਸਾ ਰਹੇ ਯੂਕਰੇਨ ਜੰਗ ਦੇ ਮੁੱਦੇ ਤੇ ਸਹਿਮਤੀ ਬਣ ਸਕੀ। ਇਸ ਤੋਂ ਬਾਅਦ G20 ਸਿਖਰ ਸੰਮੇਲਨ ਦਾ ਘੋਸ਼ਣਾ ਪੱਤਰ ਪਾਸ ਹੋਇਆ। ਅਮਿਤਾਭ ਕਾਂਤ ਨੇ ਕਿਹਾ ਕਿ ਇਸ ਦੌਰਾਨ ਦੋ ਅਧਿਕਾਰੀ ਨਾਗਰਾਜ ਨਾਇਡੂ ਅਤੇ ਇਨਮ ਗੰਭੀਰ ਦਾ ਵੀ ਪੂਰਾ ਸਹਿਯੋਗ ਰਿਹਾ। ਅਮਿਤਾਭ ਕਾਂਤ ਨੇ ਦੱਸਿਆ ਕਿ ਜਦੋਂ ਉਹਨਾਂ ਨੇ G20 ਦੀ ਪ੍ਰਧਾਨਗੀ ਦੀ ਸ਼ੁਰੂਆਤ ਸੀ ਉਦੋਂ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਕਿ ਭਾਰਤ ਦੀ ਪ੍ਰੈਜ਼ੀਡੈਂਸੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਹੈ ਤਾਂ ਜੋ ਕੁਝ ਫੈਸਲਾਜਨਕ ਨਤੀਜਾ ਦੇ ਸਕੀਏ। ਨਵੀਂ ਦਿੱਲੀ ਘੋਸ਼ਣਾ ਪੱਤਰ ਕੁੱਲ 83 ਪੈਰਾਗ੍ਰਾਫ ਹਨ। ਇਹਨਾਂ ਸਭ ਤੇ 100% ਦੀ ਸਹਿਮਤੀ ਬਣੀ। ਇਸ ਤੋਂ ਇਲਾਵਾ ਪੈਲੈਂਟ ਪੀਪਲ ਪੀਸ ਅਤੇ ਪ੍ਰੋਸਪੈਰਿਟੀ ਦੇ ਟਾਈਟਲ ਦੇ ਨਾਲ 8 ਪੈਰਾਗ੍ਰਾਫ ਜੀਓਪੋਲੀਟੀਕਲ ਮੁੱਦਿਆਂ ਤੇ ਕੇਂਦਰਿਤ ਸੀ। ਇਹਨਾਂ ਦੇ ਸਾਰੇ ਮੈਂਬਰਾਂ ਦੇ ਸਹਿਮਤੀ ਜਤਾਈ। ਸਾਰੇ ਦੇਸ਼ ਨੇ ਸਰਬਸੰਮਤੀ ਦੇ ਨਾਲ ਦਿੱਲੀ ਲੀਡਰਜ਼ ਡੈਕਲੇਰੇਸ਼ਨ ਦਾ ਸਮਰਥਨ ਕੀਤਾ। ਇਸ ਪੱਤਰ ਵਿੱਚ ਨਾ ਕੋਈ ਫੁੱਟਨੋਟ ਸੀ ਤੇ ਨਾ ਹੀ ਕੋਈ ਚੇਅਰ ਸਮਰੀ। 100% ਦੀ ਸਰਬਸੰਮਤੀ ਵਾਲਾ ਸੰਪੂਰਨ ਕੰਮ ਸੀ। ਹਾਲਾਂਕਿ ਇਸ ਡੈਕਲੇਰੇਸ਼ਨ ਤੇ ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਵਿੱਚ ਕੁਝ ਗਰਵ ਦੀ ਗੱਲ ਨਹੀਂ ਹੈ। ਅਗਰ ਅਸੀਂ ਇਸ ਸੰਮੇਲਨ ਵਿੱਚ ਸ਼ਾਮਲ ਹੁੰਦੇ ਹੋਏ ਲੋਕਾਂ ਦੇ ਹਾਲਾਤ ਬਾਰੇ ਸਹੀ ਜਾਣਕਾਰੀ ਮਿਲ ਪਾਉਂਦੀ। ਸਾਂਝਾ ਘੋਸ਼ਣਾ ਪੱਤਰ ਦੇ ਸਾਰੇ ਦੇਸ਼ਾਂ ਦੀ ਸਹਿਮਤੀ ਇਸ ਲਈ ਖਾਸ ਹੈ ਕਿਉਂਕਿ ਨਵੰਬਰ 2022 ਵਿੱਚ ਇੰਡੋਨੇਸ਼ੀਆ ਸੰਮੇਲਨ ਵਿੱਚ ਜਾਰੀ ਘੋਸ਼ਣਾ ਪੱਤਰ ਵਿੱਚ ਰੂਸ ਯੂਕਰੇਨ ਯੁੱਧ ਨੂੰ ਲੈ ਕੇ ਕਈ ਜਿਹੜੇ ਮੈਂਬਰ ਦੇਸ਼ ਨੇ ਸਹਿਮਤੀ ਨਹੀਂ ਬਣ ਸਕੀ ਸੀ। ਉਦੋਂ ਰੂਸ ਅਤੇ ਚੀਨ ਨੇ ਆਪਣੇ ਆਪ ਨੂੰ ਯੁੱਧ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਅਲੱਗ ਕਰ ਲਿਆ ਸੀ। ਉਸ ਸਮੇਂ ਘੋਸ਼ਣਾ ਪੱਤਰ ਦੇ ਨਾਲ ਇਹਨਾਂ ਦੇਸ਼ਾਂ ਲਿਖਤੀ ਰੂਪ ਵਿੱਚ ਕੋਈ ਸਹਿਮਤੀ ਸ਼ਾਮਲ ਨਹੀਂ ਕੀਤੀ ਗਈ। ਡੈਕਲੇਰੇਸ਼ਨ ਪਾਸ ਹੋਣ ਤੋਂ ਬਾਅਦ ਵਿਦੇਸ਼ ਮੰਤਰੀ ਭਾਰਤ ਦੇ S ਜੈਸ਼ੰਕਰ ਨੇ ਕਿਹਾ ਕਿ ਸਾਰੇ ਦੇਸ਼ਾਂ ਨੇ ਨਵੀਂ ਦਿੱਲੀ ਘੋਸ਼ਣਾ ਪੱਤਰ ਮਨਜ਼ੂਰ ਕੀਤਾ। ਉਹਨਾਂ ਨੇ ਮੰਨਿਆ ਕਿ G20 ਰਾਜਨੀਤਿਕ ਮੁੱਦਿਆਂ ਨੂੰ ਡਿਸਕਸ ਕਰਨ ਦਾ ਇੱਕ ਪਲੇਟਫਾਰਮ ਨਹੀਂ ਹੈ, ਲਿਹਾਜ਼ਾ ਅਰਥ ਵਿਵਸਥਾ ਦੇ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਡਿਸਕਸ ਕੀਤਾ ਗਿਆ। ਇਸ ਘੋਸ਼ਣਾ ਪੱਤਰ ਵਿੱਚ ਯੂਕਰੇਨ ਜੰਗ ਦਾ 4 ਵਾਰ ਜ਼ਿਕਰ ਕੀਤਾ ਗਿਆ। 37 ਪੇਜ ਦਾ ਘੋਸ਼ਣਾ ਪੱਤਰ, ਇਸ ਵਿੱਚ 83 ਪੈਰਾਗ੍ਰਾਫ ਨੇ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਨੂੰ ਚੁਣੌਤੀਪੂਰਨ ਸਮੇਂ ਵਿੱਚ ਪ੍ਰਧਾਨਗੀ ਮਿਲੀ। G20 ਦਾ ਸਾਂਝਾ ਘੋਸ਼ਣਾ ਪੱਤਰ 37 ਪੇਜ ਦਾ, ਇਸ ਵਿੱਚ 83 ਪੈਰਾਗ੍ਰਾਫ ਹਨ। ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਤੇਲੁਗੂ ਦੇਸ਼ਮ ਪਾਰਟੀ ਦੇ ਚੀਫ ਚੰਦਰਬਾਬੂ ਨਾਇਡੂ ਨੂੰ CID ਨੇ ਰਵੀਵਾਰ ਨੂੰ ਵਿਜੇਵਾੜਾ ਕੋਰਟ ਵਿੱਚ ਪੇਸ਼ ਕੀਤਾ। 371 ਕਰੋੜ ਰੁਪਏ ਦੇ ਸਕਿੱਲ ਡਿਵੈਲਪਮੈਂਟ ਸਕੈਮ ਵਿੱਚ ਨਾਇਡੂ ਨੂੰ ਸ਼ਨੀਵਾਰ ਸਵੇਰੇ 6 ਵਜੇ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਨੂੰ ਕੱਲ 10 ਘੰਟੇ ਦੀ ਪੁੱਛਗਿੱਛ ਕੀਤੀ ਗਈ ਸੀ। ਚੰਦਰਬਾਬੂ ਨਾਇਡੂ ਦੀ ਵੱਲੋਂ ਸੁਪਰੀਮ ਕੋਰਟ ਦੇ ਵਕੀਲ ਸਿਧਾਰਥ ਲੁਥਰਾ ਨੇ ਕੋਰਟ ਵਿੱਚ ਦਲੀਲਾਂ ਰੱਖੀਆਂ। ਉਹਨਾਂ ਕਿਹਾ ਕਿ ਸੱਤਾਧਾਰੀ ਪਾਰਟੀ ਚੰਦਰਬਾਬੂ ਨਾਇਡੂ ਨੂੰ ਰਾਜਨੀਤਿਕ ਫਾਇਦੇ ਲਈ ਗਲਤ ਦੋਸ਼ਾਂ ਵਿੱਚ ਫਸਾਇਆ। ਇਸ ਦੌਰਾਨ ਕੋਰਟ ਕੰਪਲੈਕਸ ਦੇ ਬਾਹਰ ਤੇਲੁਗੂ ਦੇਸ਼ਮ ਪਾਰਟੀ ਦੇ ਸਮਰਥਕ ਭਾਰੀ ਗਿਣਤੀ ਵਿੱਚ ਪਹੁੰਚੇ। ਉਹ ਰਾਜ ਦੇ ਮੁੱਖ ਮੰਤਰੀ ਅਤੇ YSR ਕਾਂਗਰਸ ਦੇ ਪ੍ਰਮੁੱਖ
ਜਗਨ ਮੋਹਨ ਰੈਡੀ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ। ਇਸ ਤੋਂ ਪਹਿਲਾਂ ਸ਼ਨੀਵਾਰ ਦੇਰ ਰਾਤ ਅਭਿਨੇਤਾ ਤੇ ਜਨ ਸੈਨਾ ਪ੍ਰਮੁੱਖ ਪਵਨ ਕਲਿਆਣ ਨੇ ਚੰਦਰਬਾਬੂ ਨਾਇਡੂ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ। ਰਾਜ ਸਰਕਾਰ ਦੇ ਵਿਰੋਧ ਵਿੱਚ ਉਹਨੇ ਆਪਣੇ ਸਮਰਥਕਾਂ ਦੇ ਨਾਲ ਵਿਜੇਵਾੜਾ ਜਾ ਰਹੇ ਸਨ। ਵਿੱਚ ਰਾਸਤੇ ਉਹਨਾਂ ਨੂੰ ਪੁਲਿਸ ਨੇ ਰੋਕਿਆ। ਵਿਰੋਧ ਵਿੱਚ ਉਹ ਸੜਕ ਤੇ ਹੀ ਲੇਟ ਗਏ। ਇਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਚੰਦਰਬਾਬੂ ਨਾਇਡੂ ਦੀ ਗ੍ਰਿਫਤਾਰੀ ਤੇ ਤੇਲਗੂ ਅਭਿਨੇਤਾ ਅਤੇ TDP ਵਿਧਾਇਕ ਨੰਦਮੁਰੀ ਬਾਲਕ੍ਰਿਸ਼ਨ ਨੇ ਮੁੱਖ ਮੰਤਰੀ ਜਗਨ ਮੋਹਨ ਰੈਡੀ ਦੀ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਇੱਕ ਸਾਈਕੋ ਰਾਜ ਸ਼ਾਸਨ ਕਰ ਰਿਹਾ, ਉਸ ਦੇ ਸ਼ਾਸਨ ਨੂੰ ਖਤਮ ਕਰਨ ਦੀ ਜ਼ਰੂਰਤ ਹੈ। ਨੰਦਮੁਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਸ਼ਾਸਨ ਕਾਲ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਜ਼ਰੀਏ 2 ਲੱਖ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਆ। ਮੈਨੂੰ ਸਮਝ ਨਹੀਂ ਆ ਰਿਹਾ ਕਿ ਉਹਨਾਂ ਨੂੰ ਇਸ ਕੇਸ ਵਿੱਚ ਕਿਉਂ ਗ੍ਰਿਫਤਾਰ ਕੀਤਾ ਗਿਆ। ਉਧਰ ਚੰਦਰਬਾਬੂ ਨਾਇਡੂ ਨੂੰ ਸਵੇਰੇ 6 ਵਜੇ ਨੰਦਿਆਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਵਿਜੇਵਾੜੇ ਲਿਜਾਇਆ ਗਿਆ। ਉੱਥੇ CID ਨੇ ਉਹਨਾਂ ਤੋਂ 10 ਘੰਟੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਐਤਵਾਰ ਤੜਕੇ 3:30 ਵਜੇ ਦੇ ਕਰੀਬ ਵਿਜੇਵਾੜਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ 50 ਮਿੰਟ ਤੱਕ ਉਹਨਾਂ ਦਾ ਮੈਡੀਕਲ ਟੈਸਟ ਹੋਇਆ। ਕੋਰਟ ਵਿੱਚ ਲਿਜਾਏ ਲੇਕਿਨ CID ਨੇ ਉਹਨਾਂ ਵਾਪਸ ਸਟੇਟ ਇਨਵੈਸਟੀਗੇਸ਼ਨ ਟੀਮ ਦੇ ਦਫ਼ਤਰ ਲੈ ਗਈ। CID ਨੇ ਦੱਸਿਆ ਕਿ ਚੰਦਰਬਾਬੂ ਨਾਇਡੂ ਪੁੱਛਗਿੱਛ ਦੇ ਦੌਰਾਨ ਸਹਿਯੋਗ ਨਹੀਂ ਕੀਤਾ। ਉਹਨਾਂ ਨੇ ਜਵਾਬ ਦੇਣ ਦੀ ਬਜਾਏ ਕਿਹਾ ਕਿ ਉਹਨਾਂ ਨੂੰ ਕਈ ਗੱਲਾਂ ਯਾਦ ਨਹੀਂ ਹਨ। ਚੰਦਰਬਾਬੂ ਨਾਇਡੂ ਦੇ ਵਕੀਲ ਨੇ ਕੋਰਟ ਨੂੰ ਦੱਸਿਆ ਕਿ ਰਾਜਨੀਤਿਕ ਫਾਇਦੇ ਲਈ ਚੰਦਰਬਾਬੂ ਨਾਇਡੂ ਤੇ ਗਲਤ ਦੋਸ਼ ਲਗਾਏ ਨੇ। ਉਹਨਾਂ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਜਿਹੜੇ ਪ੍ਰਾਵਧਾਨ ਦੀ ਬਰੀਕੀਆਂ ਬਾਰੇ ਦੱਸਦੇ ਹੋਏ ਦਾਅਵਾ ਕੀਤਾ ਕਿ ਉਹਨਾਂ ਦੇ ਖਿਲਾਫ ਕੋਈ ਦਮਦਾਰ ਸਬੂਤ ਨਹੀਂ ਹੈ। ਉਹਨਾਂ ਨੇ ਕੋਰਟ ਤੋਂ ਅਪੀਲ ਕੀਤੀ ਕਿ CID ਵੱਲੋਂ ਦਾਖਲ ਕੀਤੀ ਗਈ ਰਿਮਾਂਡ ਰਿਪੋਰਟ ਨੂੰ ਰਿਜੈਕਟ ਕਰ ਦਿੱਤਾ ਜਾਵੇ। ਚੰਦਰਬਾਬੂ ਨਾਇਡੂ ਦੇ ਵਕੀਲ ਨੇ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਸੈਕਸ਼ਨ 17A ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੋਈ ਪਬਲਿਕ ਸਰਵੈਂਟ ਆਪਣੀ ਅਧਿਕਾਰੀ ਡਿਊਟੀ ਦੇ ਦੌਰਾਨ ਅਗਰ ਕੋਈ ਸੁਝਾਅ ਦਿੰਦਾ ਜਾਂ ਕੋਈ ਫੈਸਲਾ ਲੈਂਦਾ ਤਾਂ ਉਸ ਨਾਲ ਜੁੜੀ ਕਿਸੇ ਅਪਰਾਧ ਦੀ ਇਨਕੁਆਇਰੀ ਜਾਂ ਜਾਂਚ ਤਦ ਹੀ ਹੋ ਸਕਦੀ ਹੈ ਜਦ ਇਸ ਦੀ ਮਨਜ਼ੂਰੀ ਮਿਲੀ ਹੋਵੇ ਜਾਂ ਪਬਲਿਕ ਸਰਵੈਂਟ ਦੇ ਨੂੰ ਕਿਸੇ ਅਫਸਰ ਨੂੰ ਅਹੁਦੇ ਤੋਂ ਬਰਖਾਸਤ ਕਰਨ ਦਾ ਅਧਿਕਾਰ ਰੱਖਦਾ ਹੋਵੇ। ਵਕੀਲ ਨੇ ਕਿਹਾ ਕਿ ਚੰਦਰਬਾਬੂ ਨਾਇਡੂ ਜੋ ਕਥਿਤ ਦੋਸ਼ ਲਗਾਏ ਜਾ ਰਹੇ ਉਹਨਾਂ ਦੀ ਜਾਂਚ ਲਈ ਗਵਰਨਰ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਸੀ, ਲੇਕਿਨ ਇਸ ਮਾਮਲੇ ਵਿੱਚ ਗਵਰਨਰ ਦੀ ਬਿਨਾਂ ਮਨਜ਼ੂਰੀ ਤੋਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਨਿਯਮਾਂ ਦਾ ਉਲੰਘਣ ਹੈ, ਇਸ ਲਈ ਰਿਮਾਂਡ ਨੂੰ ਰਿਜੈਕਟ ਕਰ ਦਿੱਤਾ ਜਾਵੇ। ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਨਸੂਨ ਦੀ ਵਿਦਾਈ ਤੋਂ ਪਹਿਲਾਂ ਆਪਣਾ ਉਹ ਕੋਟਾ ਪੂਰਾ ਕਰ ਰਿਹਾ। ਦਿੱਲੀ ਤੋਂ ਕੇਰਲਾ ਤੇ ਅਰੁਣਾਚਲ ਪ੍ਰਦੇਸ਼ ਦੇ ਮੱਧ ਪ੍ਰਦੇਸ਼ ਤੱਕ ਭਾਰੀ ਵਰਖਾ ਹੋ ਰਹੀ ਹੈ। ਮੌਸਮ ਵਿਭਾਗ ਨੇ 10 ਸਤੰਬਰ ਨੂੰ ਉੱਤਰ ਪ੍ਰਦੇਸ਼, ਅਸਮ, ਮਹਾਰਾਸ਼ਟਰ, ਮੇਘਾਲਿਆ ਸਮੇਤ 17 ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਮੱਧ ਪ੍ਰਦੇਸ਼ ਦੇ 25 ਜ਼ਿਲ੍ਹਿਆਂ ਵਿੱਚ ਜਦ ਕਿ ਕੇਰਲਾ ਦੇ 14 ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ। 6 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ। ਕੇਰਲਾ ਵਿੱਚ ਸੋਮਵਾਰ ਨੂੰ ਜ਼ੋਰਦਾਰ ਮੀਂਹ ਪੈਣ ਦੀ ਸੰਭਾਵਨਾ। ਅਗਲੇ 5 ਦਿਨਾਂ ਤੱਕ ਮੱਧਮ ਦਰਜੇ ਦੀ ਬਰਸਾਤ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਕੁਝ ਰਾਜਾਂ ਵਿੱਚ ਘੱਟ ਬਾਰਿਸ਼ ਹੋਈ ਹੈ। ਦੇਸ਼ ਵਿੱਚ 1 ਜੂਨ ਤੋਂ ਲੈ ਕੇ 9 ਸਤੰਬਰ ਦੇ ਦਰਮਿਆਨ ਔਸਤਨ ਜਿਹੜੀ ਬਾਰਿਸ਼ 760.6 ਮਿਲੀਮੀਟਰ ਹੋਈ ਹੈ, ਜਦਕਿ ਇਸ ਸਾਲ 684.6 ਮਿਲੀਲੀਟਰ ਬਾਰਿਸ਼ ਹੋਈ ਹੈ। ਯਾਨੀ ਇਸ ਸੀਜ਼ਨ ਵਿੱਚ ਹੁਣ ਤੱਕ 76 ਮਿਲੀਮੀਟਰ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਕਿ 14 ਸਤੰਬਰ ਨੂੰ ਉੜੀਸਾ ਦੇ ਕੋਲ ਘੱਟ ਦਬਾਅ ਵਾਲਾ ਖੇਤਰ ਬਣ ਸਕਦਾ। ਇਸ ਤੋਂ ਬਾਅਦ ਤੇਜ਼ ਬਾਰਿਸ਼ ਦਾ ਇੱਕ ਔਰ ਦੌਰ ਸ਼ੁਰੂ ਹੋ ਸਕਦਾ ਹੈ। ਇਸ ਵਿੱਚ ਅਗਸਤ ਵਿੱਚ ਘੱਟ ਬਾਰਿਸ਼ ਦੀ ਭਰਪਾਈ ਹੋਣ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ। ਬ੍ਰਿਟਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਆਪਣੀ ਪਤਨੀ ਅਕਸ਼ਤਾ ਸੁਨਕ ਦੇ ਨਾਲ ਦਿੱਲੀ ਦੇ ਅਕਸ਼ਰਧਾਮ ਮੰਦਿਰ ਪਹੁੰਚੇ। ਸਵਾਮੀ ਨਰਾਇਣ ਮੰਦਿਰ ਦੇ ਮੁੱਖ ਪੁਜਾਰੀ ਨੇ ਦੋਨਾਂ ਦਾ ਸਵਾਗਤ ਕੀਤਾ। ਫਿਰ ਉਹਨਾਂ ਨੂੰ ਮੁੱਖ ਮੰਦਿਰ ਵਿੱਚ ਜਾ ਕੇ ਪੂਜਾ ਕਰਵਾਈ। ਰਿਸ਼ੀ ਤੇ ਉਹਨਾਂ ਦੀ ਪਤਨੀ 45 ਮਿੰਟ ਮੰਦਿਰ ਵਿੱਚ ਰਹੇ। ਉਹਨਾਂ ਨੇ ਮੁੱਖ ਮੰਦਿਰ ਦੇ ਪਿੱਛੇ ਸਥਿਤ ਇੱਕ ਮੰਦਿਰ ਵਿੱਚ ਜਲ ਅਭਿਸ਼ੇਕ ਕੀਤਾ। ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਮੰਦਿਰ ਦੇ ਅੰਦਰ ਤੇ ਬਾਹਰ ਸਖਤ ਪ੍ਰਬੰਧ ਕੀਤੇ ਗਏ ਸੁਰੱਖਿਆ ਦੇ। ਸੁਨਕ ਨੇ ਸ਼ਨੀਵਾਰ 9 ਸਤੰਬਰ ਨੂੰ ਅਕਸ਼ਰਧਾਮ ਮੰਦਿਰ ਜਾਣ ਦੀ ਗੱਲ ਕਹੀ ਸੀ। ਨਿਊਜ਼ ਏਜੰਸੀ ਮੁਤਾਬਕ ਉਹਨਾਂ ਕਿਹਾ ਕਿ ਮੈਨੂੰ ਹਿੰਦੂ ਹੋਣ ਤੇ ਮਾਣ ਹੈ। ਮੈਂ ਇਸੇ ਧਰਮ ਵਿੱਚ ਜੰਮਿਆ ਤੇ ਵੱਡਾ ਤੇ ਪਲਿਆ ਵਾਂ ਔਰ ਮੈਂ ਅਜਿਹਾ ਹੀ ਹਾਂ। ਮੈਂ ਰਕਸ਼ਾ ਬੰਧਨ ਵੀ ਮਨਾਇਆ। ਸਮੇਂ ਨਾ ਹੋਣ ਦੀ ਵਜ੍ਹਾ ਮੈਂ ਜਨਮ ਅਸ਼ਟਮੀ ਨਹੀਂ ਮਨਾ ਸਕਿਆ, ਲੇਕਿਨ ਉਮੀਦ ਹੈ ਕਿ ਇਸ ਦੀ ਭਰਪਾਈ ਕਿਸੇ ਮੰਦਿਰ 'ਚ ਜਾਣ ਨਾਲ ਹੀ ਹੋਏਗੀ। ਇਹ ਵਿਸ਼ਵਾਸ ਹੀ ਜੋ ਸਾਨੂੰ ਮਜ਼ਬੂਤ ਕਰਦਾ ਹੈ। ਸੁਣੇ ਕਿ G20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਆਏ ਨੇ ਤੇ ਬ੍ਰਿਟਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਭਾਰਤੀ ਦੌਰਾ ਹੈ। G20 ਸਿਖਰ ਸੰਮੇਲਨ ਦੇ ਇੱਕ ਦਿਨ ਪਹਿਲਾਂ 8 ਸਤੰਬਰ ਨੂੰ ਬ੍ਰਿਟਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਹਨਾਂ ਦੀ ਪਤਨੀ
ਅਕਸ਼ਰਤਾ ਮੂਰਤੀ ਨੇ ਵੀ ਬ੍ਰਿਟਿਸ਼ ਕਾਉਂਸਲ ਹੈੱਡਕੁਆਟਰ ਇੱਕ ਸਥਾਨਕ ਸਕੂਲ ਦੇ ਕੁਝ ਬੱਚਿਆਂ ਦੇ ਨਾਲ ਕੁਝ ਸਮਾਂ ਬਿਤਾਇਆ ਤੇ ਉਹਨਾਂ ਨੇ ਗੱਲਬਾਤ ਦੱਸਿਆ ਕਿ ਉਹਨਾਂ ਨੇ ਬਾਅਦ 'ਚ ਬੱਚਿਆਂ ਨਾਲ ਫੁੱਟਬਾਲ ਵੀ ਖੇਡਿਆ। ਰਿਸ਼ੀ ਸੁਨਕ ਕੌਣ ਹੈ? ਅਸਲ 43 ਸਾਲ ਦੇ ਨੇ। ਅਕਤੂਬਰ 2022 ਵਿੱਚ ਬ੍ਰਿਟਨ ਦੇ ਪ੍ਰਧਾਨ ਮੰਤਰੀ ਬਣੇ ਸਨ। ਸੁਨਕ ਬ੍ਰਿਟਨ ਦੇ ਪਹਿਲੇ ਭਾਰਤੀ ਮੂਲ ਦੇ ਜਿਹੜੇ ਉਹ ਸ਼ਖਸ ਨੇ ਜਿਹੜੇ ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਬਣੇ ਨੇ। ਸੁਨਕ ਭਾਰਤੀ ਸੌਫਟਵੇਅਰ ਕੰਪਨੀ ਇਨਫੋਸਿਸ ਦੇ ਕੋ-ਫਾਊਂਡਰ NR ਨਾਰਾਇਣ ਮੂਰਤੀ ਦੇ ਜਵਾਈ ਹਨ ਤੇ ਅਕਸ਼ਰਤਾ ਨਾਰਾਇਣ ਮੂਰਤੀ ਦੀ ਬੇਟੀ ਆ। ਰਿਸ਼ੀ ਸੁਨਕ ਦੇ ਜਿਹੜੇ ਮਾਪੇ ਨੇ ਉਹ ਪੰਜਾਬ ਦੇ ਰਹਿਣ ਵਾਲੇ ਨੇ ਜੋ ਵਿਦੇਸ਼ ਜਾ ਕੇ ਵਸ ਗਏ ਸਨ। ਸੁਨਕ ਦਾ ਜਨਮ 22 ਮਈ 1980 ਨੂੰ ਬ੍ਰਿਟਨ ਦੇ ਹੈਂਪਸ਼ਾਇਰ ਵਿੱਚ ਹੋਇਆ। ਰਿਸ਼ੀ ਨੇ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਤੋਂ MBA ਕੀਤਾ ਸੀ ਤੇ ਆਕਸਫੋਰਡ ਯੂਨੀਵਰਸਿਟੀ ਤੋਂ ਰਾਜਨੀਤੀ, ਦਰਸ਼ਨ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਰਾਜਨੀਤੀ ਦੇ ਆਉਣ ਤੋਂ ਪਹਿਲਾਂ ਰਿਸ਼ੀ ਨੇ ਇਨਵੈਸਟਮੈਂਟ ਬੈਂਕ ਗੋਲਡਮੈਨ ਸੌਕਸ ਐਂਡ ਹੈਜ਼ ਫੰਡ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਇਨਵੈਸਟਮੈਂਟ ਫਰਮ ਦੀ ਸਥਾਪਨਾ ਕੀਤੀ। ਉਹਨਾਂ ਦੀ ਮਾਂ ਊਸ਼ਾ ਫਾਰਮਾਸਿਸਟ, ਸੁਨਕ ਦੇ ਪਿਤਾ ਜਸ਼ਵੀਰ ਆਕਸਫੋਰਡ ਅਤੇ ਸਟੈਨਫੋਰਡ ਯੂਨੀਵਰਸਿਟੀ 'ਚ ਗ੍ਰੈਜੂਏਟ ਪਾਸ ਸਨ। G20 ਸਿਖਰ ਸੰਮੇਲਨ ਦੇ ਪਹਿਲੇ ਦਿਨ ਯਾਨੀ ਕਿ ਪਿਛਲੇ ਸ਼ਨੀਵਾਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦੇਸ਼ੀ ਮਹਿਮਾਨਾਂ ਲਈ ਡਿਨਰ ਹੋਸਟ ਕੀਤਾ। ਇਸ ਦੌਰਾਨ ਕਈ ਦੇਸ਼ਾਂ ਦੇ ਮਹਿਮਾਨ ਟ੍ਰੈਡੀਸ਼ਨਲ ਡਰੈਸ ਵਿੱਚ ਪਹੁੰਚੇ। ਮੌਰੀਸ਼ੀਅਸ ਦੇ ਪ੍ਰਾਈਮ ਮਿਨਿਸਟਰ ਪ੍ਰਵਿੰਦ ਜੁਗਨੌਥ ਦੀ ਪਤਨੀ ਕੋਬੈਤਾ ਔਰ ਜਾਪਾਨ ਦੇ ਪ੍ਰਾਈਮ ਮਿਨਿਸਟਰ ਫੂਮੀਓ ਕਿਸ਼ਿਦਾ ਦੀ ਪਤਨੀ ਯੂਕੋ ਕਿਸ਼ਿਦਾ ਸਾੜੀ ਵਿੱਚ ਦਿਖੇ ਗਏ। ਇੰਟਰਨੈਸ਼ਨਲ ਮੋਨਿਟਰੀ ਫੰਡ IMF ਦੀ MD ਕ੍ਰਿਸਟਿਨਾ ਜਾਰਜੀਆ ਬੋਲੈਟ ਕਲਰ ਨੇ ਸਲਵਾਰ ਕੁਰਤੇ ਵਿੱਚ ਤੇ ਡਿਪਟੀ ਮੈਨੇਜਿੰਗ ਡਾਇਰੈਕਟਰ ਗੀਤਾ ਗੋਪੀਨਾਥ ਰਾਇਲ ਬਲੂ ਸਾੜੀ ਵਿੱਚ ਡਿਨਰ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਜੈਸ਼ੰਕਰ ਜਿਹੜੇ ਵਿਦੇਸ਼ ਮੰਤਰੀ ਉਹਨਾਂ ਦੀ ਪਤਨੀ ਕਿਓਕੋ ਪੀਲੀ ਸਾੜੀ ਵਿੱਚ ਦਿਖਾਈ ਦਿੱਤੇ। ਇਸ ਤੋਂ ਇਲਾਵਾ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਹਨਾਂ ਦੀ ਬੇਟੀ ਸਾਈਮਾ ਵਾਜਬ ਨੇ ਅਮਰੀਕਾ ਰਾਸ਼ਟਰਪਤੀ ਜੋ ਬਾਈਡਨ ਦੀ ਪਤਨੀ ਨਾਲ ਸੈਲਫੀ ਲਈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥੋਨੀ ਅਲਬਾਨੀਜ਼ ਨੇ ਨਰਿੰਦਰ ਮੋਦੀ ਦੇ ਨਾਲ ਸੈਲਫੀ ਲਈ। ਡਿਨਰ ਲਈ ਭਾਰਤ ਜਿਹੜਾ ਬਣਾਇਆ ਗਿਆ ਸੀ ਮੰਡਪ, ਉਹਦੇ ਵਿੱਚ ਜਿਹੜੇ ਮਹਿਮਾਨ ਪਹੁੰਚੇ ਉਹਨਾਂ ਦਾ ਸਵਾਗਤ ਨਰਿੰਦਾ ਯੂਨੀਵਰਸਿਟੀ ਦੇ ਬੈਕਗਰਾਊਂਡ ਦੇ ਸਾਹਮਣੇ ਕੀਤਾ ਗਿਆ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਅਮਰੀਕਾ ਰਾਸ਼ਟਰਪਤੀ ਜੋ ਬਾਈਡਨ, ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਅਤੇ ਉਹਨਾਂ ਦੀ ਪਤਨੀ ਨੂੰ ਨਾਲੰਦਾ ਯੂਨੀਵਰਸਿਟੀ ਦੇ ਇਤਿਹਾਸ ਬਾਰੇ ਦੱਸਿਆ। ਡਿਨਰ ਵਿੱਚ ਜਿਹੜੇ ਨੇ ਵੱਖ-ਵੱਖ ਦੇਸ਼ਾਂ ਦੇ ਪ੍ਰਾਈਮ ਮਿਨਿਸਟਰ ਤੇ ਰਾਸ਼ਟਰਪਤੀ, ਡੈਲੀਗੇਟ ਤੇ ਭਾਰਤ ਦੇ ਕਈ ਰਾਜਾਂ ਦੇ ਮੁੱਖ ਮੰਤਰੀ, ਕੇਂਦਰੀ ਅਤੇ ਰਾਜ ਮੰਤਰੀ ਸਮੇਤ 300 ਤੋਂ ਜ਼ਿਆਦਾ ਲੋਕ ਸ਼ਾਮਲ ਹੋਏ। G20 ਸੰਮੇਲਨ ਦੇ ਆਖਰੀ ਦਿਨ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ G20 ਦੀ ਪ੍ਰਧਾਨਗੀ ਬਰਜ਼ੀਲ ਦੇ ਰਾਸ਼ਟਰਪਤੀ ਲੂਲਾ ਡੀ ਸਿਲਵਾ ਨੂੰ ਸੌਂਪ ਦਿੱਤੀ ਹੈ। ਇਹਦੇ ਨਾਲ ਹੀ ਪ੍ਰਾਈਮ ਮਿਨਿਸਟਰ ਨੇ ਸੰਮੇਲਨ ਦੇ ਸਮਾਪਨ ਦਾ ਐਲਾਨ ਕੀਤਾ ਗਿਆ। ਬ੍ਰਾਜ਼ੀਲ ਅਗਲੇ ਸਾਲ ਹੋਣੇ ਵਾਲੀ G20 ਸੰਮੇਲਨ ਦਾ ਆਯੋਜਨ ਕਰੇਗਾ। ਪ੍ਰਾਈਮ ਮਿਨਿਸਟਰ ਨੇ ਸੰਸਕ੍ਰਿਤ ਭਾਸ਼ਾ ਵਿੱਚ ਕਿਹਾ, ਸਵਸ ਅਸਤੂ ਵਿਸ਼ਵਨਵ, ਯਾਨੀ ਸੰਪੂਰਨ ਵਿਸ਼ਵ 'ਚ ਆਸ਼ਾ ਅਤੇ ਸ਼ਾਂਤੀ ਦਾ ਸੰਚਾਰ ਹੋ। ਸੰਮੇਲਨ ਦੇ ਆਖਰੀ ਦਿਨ ਦੇ ਸੈਸ਼ਨ ਦੌਰਾਨ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਦੁਨੀਆ ਬਦਲ ਰਹੀ ਹੈ, ਇਸ ਦੇ ਨਾਲ ਦੁਨੀਆ ਦੇ ਸੰਸਥਾਨਾਂ ਨੂੰ ਵੀ ਬਦਲਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ UNSC ਵਿੱਚ ਹੁਣ ਤੱਕ ਉਨੇ ਹੀ ਮੈਂਬਰ ਹਨ ਜਿੰਨੀ ਇਸ ਦੀ ਸਥਾਪਨਾ ਦੇ ਵਕਤ ਸੀ। 27 ਦੇਸ਼ਾਂ ਦੀ ਸੰਖਿਆ ਵਧਣੀ ਚਾਹੀਦੀ ਹੈ। ਇਸ ਤੋਂ ਬਾਅਦ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ ਕਿ ਗਰੀਬ ਦੇਸ਼ਾਂ ਦੀ ਕਰਜ਼ ਦੀ ਸਮੱਸਿਆ ਵੱਲ ਧਿਆਨ ਦੇਣਾ ਹੋਵੇਗਾ। ਦੁਨੀਆ ਨੂੰ ਭੁੱਖਮਰੀ ਖਤਮ ਕਰਨ ਦੀ ਕੋਸ਼ਿਸ਼ ਵਧਾਉਣੀ ਹੋਵੇਗੀ। ਪ੍ਰਧਾਨਗੀ ਮਿਲਣ ਤੋਂ ਬਾਅਦ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀ ਸਿਲਵਾ ਨੇ ਕਿਹਾ ਕਿ ਅੱਜ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੰਦੇ ਵਕਤ ਸੀ, ਮੈਂ ਕਾਫੀ ਭਾਵੁਕ ਹੋ ਗਿਆ ਸੀ। ਸਾਰੇ ਜਾਣਦੇ ਕਿ ਮੇਰੇ ਰਾਜਨੀਤਿਕ ਜੀਵਨ ਵਿੱਚ ਮਹਾਤਮਾ ਗਾਂਧੀ ਦਾ ਕਿੰਨਾ ਮਹੱਤਵ ਹੈ। ਉਹਨਾਂ ਕਿਹਾ ਕਿ ਬ੍ਰਾਜ਼ੀਲ ਦੀ ਪ੍ਰੈਜ਼ੀਡੈਂਸੀ ਦੀ 3 ਪਹਿਲ ਕਦਮੀਆਂ ਹੋਣਗੀਆਂ: ਸਮਾਜਿਕ ਨਿਆਂ ਅਤੇ ਭੁੱਖਮਰੀ ਦੇ ਖਿਲਾਫ ਲੜਾਈ, ਸਸਟੇਨੇਬਲ ਡਿਵੈਲਪਮੈਂਟ ਤੇ ਤੀਜਾ ਦੁਨੀਆ ਦੇ ਸੰਸਥਾਨਾਂ ਵਿੱਚ ਬਦਲਾਅ। ਲੂਲਾ ਡੀ ਸਿਲਵਾ ਨੂੰ ਪ੍ਰਧਾਨਗੀ ਸੌਂਪਦੇ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2 ਦਿਨਾਂ ਵਿੱਚ ਤੁਸੀਂ ਸਾਰਿਆਂ ਨੇ ਅਨੇਕ ਗੱਲਾਂ ਰੱਖੀਆਂ ਨੇ, ਸੁਝਾਅ ਦਿੱਤੇ ਨੇ, ਬਹੁਤ ਸਾਰੇ ਮਤੇ ਪਾਸ ਕੀਤੇ ਗਏ ਨੇ। ਸਾਡੀ ਜ਼ਿੰਮੇਵਾਰੀ ਹੈ ਕਿ ਜੋ ਸੁਝਾਅ ਦਿੱਤੇ ਨੇ ਉਹਨਾਂ ਨੂੰ ਇੱਕ ਵਾਰ ਫਿਰ ਦੇਖਿਆ ਜਾਵੇ ਤੇ ਉਹਨਾਂ ਦੀ ਪ੍ਰਗਤੀ ਵਿੱਚ ਗਤੀ ਕਿਵੇਂ ਤੇਜ਼ੀ ਲਿਆਈ ਜਾ ਸਕਦੀ ਹੈ ਉਸ 'ਤੇ ਵੀ ਚਰਚਾ ਹੋਣੀ ਜ਼ਰੂਰੀ ਹੈ। ਉਹਨੇ ਕਿਹਾ ਕਿ ਮੇਰਾ ਪ੍ਰਸਤਾਵ ਹੈ ਕਿ ਅਸੀਂ ਨਵੰਬਰ ਦੇ ਅੰਤ ਤੱਕ G20 ਦਾ ਸੰਮੇਲਨ ਇੱਕ ਵਰਚੁਅਲ ਸੈਸ਼ਨ ਨਾਲ ਵੀ ਰੱਖਿਆ ਜਾਵੇ। ਉਸ ਸੈਸ਼ਨ ਵਿੱਚ ਇਸ ਸੰਮੇਲਨ ਦੌਰਾਨ ਤੈਅ ਕੀਤੇ ਗਏ ਵਿਸ਼ਿਆਂ ਦੀ ਸਮੀਖਿਆ ਵੀ ਕਰ ਸਕਦੇ। ਇਸ ਤੋਂ ਪਹਿਲਾਂ ਤੀਸਰੇ ਸੈਸ਼ਨ ਦੇ ਦੌਰਾਨ ਘੋਸ਼ਣਾ ਪੱਤਰ ਤੇ ਜਿਹੜੀ ਗੱਲਬਾਤ ਹੋਈ ਉਸ 'ਤੇ ਮੋਹਰ ਲਗਾਈ ਗਈ। ਸਿਖਰ ਸੰਮੇਲਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ
ਬ੍ਰਾਜ਼ੀਲ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਪੌਦੇ ਭੇਟ ਕੀਤੇ। ਦੂਜੇ ਪਾਸੇ ਅਮਰੀਕਨ ਰਾਸ਼ਟਰਪਤੀ ਜੋ ਬਾਈਡਨ ਨੇ ਵੀਅਤਨਾਮ ਦੇ ਦੌਰੇ ਲਈ ਉਹ ਰਵਾਨਾ ਹੋ ਗਏ ਨੇ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਂ ਦੇ ਨਾਲ ਲੰਚ ਤੇ ਗੱਲਬਾਤ ਕੀਤੀ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਇਲਾਵਾ ਉਹ ਕੋਮੋਰੋਸ, ਤੁਰਕੀਆ, UAE, ਸਾਊਥ ਕੋਰੀਆ, ਬ੍ਰਾਜ਼ੀਲ, ਨਾਈਜੀਰੀਆ ਅਤੇ ਯੂਰਪੀਅਨ ਦੇ ਨਾਲ ਕਈ ਮੁੱਦਿਆਂ ਤੇ ਵੀ ਗੱਲਬਾਤ ਕਰਨਗੇ। G20 ਸਿਖਰ ਸੰਮੇਲਨ ਦੇ ਦੂਸਰੇ ਤੇ ਆਖਰੀ ਦਿਨ G20 ਦੇ ਮਹਿਮਾਨ ਦੇਸ਼ ਦੇ ਨੇਤਾਵਾਂ ਨੇ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਜਘਾਟ ਤੇ ਪ੍ਰਧਾਨ ਮੰਤਰੀ ਨੇ ਸਾਰੇ ਨੇਤਾਵਾਂ ਨੂੰ ਖਾਦੀ ਦਾ ਸ਼ਾਲ ਅਤੇ ਭੇਟ ਕੀਤਾ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਤੇ ਨੇਤਾਵਾਂ ਨੂੰ ਰਾਜਘਾਟ ਬਾਰੇ ਜਾਣਕਾਰੀ ਦਿੱਤੀ। ਪੱਛਮੀ ਬੰਗਾਲ ਦੇ ਖੜਗਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਦਲੀਪ ਘੋਸ਼ ਨੇ ਕਿਹਾ ਕਿ ਦੇਸ਼ ਦਾ ਨਾਮ ਇੰਡੀਆ ਤੋਂ ਬਦਲ ਕੇ ਭਾਰਤ ਰੱਖਿਆ ਜਾਏਗਾ। ਇਸ ਵਿੱਚ ਕੋਈ ਰੋਕ ਨਹੀਂ ਸਕਦਾ, ਜੋ ਇਸ ਦੇ ਖਿਲਾਫ ਹੈ ਉਹ ਇਹ ਛੱਡ ਕੇ ਚਲਾ ਜਾਵੇ। ਚਾਏ ਪੇ ਚਰਚਾ ਪ੍ਰੋਗਰਾਮ ਦੌਰਾਨ ਦਲੀਪ ਘੋਸ਼ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਉਹਦੀ ਬੰਗਾਲ ਵਿੱਚ ਸਰਕਾਰ ਬਣੇਗੀ ਤੇ ਕਲਕੱਤਾ ਦੀਆਂ ਸੜਕਾਂ ਗੁਲਾਮੀ ਦੇ ਨਿਸ਼ਾਨ ਤੋਂ ਮਿਟਾ ਦਿੱਤੇ ਜਾਣਗੇ। ਅਸੀਂ ਵਿਦੇਸ਼ੀਆਂ ਦੀ ਮੂਰਤੀਆਂ ਨੂੰ ਸੜਕਾਂ ਤੇ ਹਟਾਵਾਂਗੇ। ਸਾਡੇ ਬੱਚੇ ਸਵੇਰੇ ਉੱਠ ਕੇ ਉਹਨਾਂ ਦਾ ਚਿਹਰਾ ਨਹੀਂ ਦੇਖਣਗੇ। ਉਹ ਭਾਗੀਰਥ ਸ਼ੰਕਰਾਚਾਰਿਆ ਦੀ ਪ੍ਰਤਿਮਾ ਹੋਗੀ ਉੱਥੇ। ਇਸੇ ਪ੍ਰੋਗਰਾਮ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਰਾਹੁਲ ਸਿਨਹਾ ਨੇ ਕਿਹਾ ਕਿ ਇੱਕ ਦੇਸ਼ ਦੇ ਦੋ ਨਾਮ ਨਹੀਂ ਹੋ ਸਕਦੇ। ਦੇਸ਼ ਦਾ ਨਾਮ ਬਦਲਣ ਦਾ ਇਹ ਸਹੀ ਸਮਾਂ ਹੈ ਕਿਉਂਕਿ G20 ਸੰਮੇਲਨ ਲੈ ਕੇ ਦੁਨੀਆ ਭਰ ਦੇ ਜਿਹੜੇ ਲੋਕ ਨੇ ਉਹ ਨਵੀਂ ਦਿੱਲੀ ਵਿੱਚ ਨੇ। ਉਧਰ ਤ੍ਰਿਣਮੂਲ ਕਾਂਗਰਸ ਨੇ ਦਲੀਪ ਘੋਸ਼ ਦੀ ਟਿੱਪਣੀ ਤੇ ਪਲਟਵਾਰ ਕੀਤਾ। TMC ਨੇਤਾ ਸ਼ਾਂਤਨੂ ਸੇਨ ਨੇ ਕਿਹਾ ਕਿ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ ਦਲਾਲੀ ਕੀਤੀ ਆ ਉਹਨਾਂ ਦੇ ਮੂੰਹ ਵਿੱਚੋਂ ਅਜਿਹੀਆਂ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ। ਦਲੀਪ ਘੋਸ਼ ਨੇ ਮੀਡੀਆ ਵਿੱਚ ਦੇਖਣ ਲਈ ਅਜਿਹੀਆਂ ਟਿੱਪਣੀਆਂ ਕਰ ਰਹੇ ਨੇ। ਸ਼ਾਂਤਨੂ ਨੇ ਕਿਹਾ ਕਿ ਰਾਜ ਦੀ ਗੱਲ ਛੱਡੋ, 2024 ਤੋਂ ਬਾਅਦ ਭਾਰਤੀ ਜਨਤਾ ਪਾਰਟੀ ਸੈਂਟਰ 'ਚ ਵੀ ਨਹੀਂ ਦਿਖੇਗੀ। ਭਾਰਤੀ ਜਨਤਾ ਪਾਰਟੀ ਵਿਰੋਧੀਆਂ ਵੱਲੋਂ ਬਣਾਏ ਗਏ ਇੰਡੀਆ ਗੱਠਜੋੜ ਤੋਂ ਡਰ ਗਈ ਹੈ, ਇਸ ਲਈ ਦੇਸ਼ ਦਾ ਨਾਮ ਬਦਲਿਆ ਜਾ ਰਿਹਾ ਹੈ। ਭਾਰਤੀ ਰਾਜਧਾਨੀ ਵਿੱਚ G20 ਸੰਮੇਲਨ 'ਚ ਇੱਕ ਇਤਿਹਾਸਕ ਡੀਲ ਨੂੰ ਲੈ ਕੇ ਯਾਦ ਕੀਤਾ ਜਾਊਗਾ। ਇਹ ਡੀਲ ਭਾਰਤ, ਯੂਰਪ ਅਤੇ ਮਿਡਲ ਈਸਟ ਯਾਨੀ ਖਾੜੀ ਦੇਸ਼ਾਂ ਦੇ ਵਿਚਕਾਰ ਜਿਹੜਾ ਗੱਲਬਾਤ ਹੋਈ ਆ ਉਹਨੂੰ ਲੈ ਕੇ ਇਹ ਜਿਹੜਾ ਸੰਮੇਲਨ ਯਾਦ ਰੱਖਿਆ ਜਾਊਗਾ। ਇਸ ਵਿੱਚ ਚੀਨ ਦੇ 2 ਪ੍ਰੋਜੈਕਟ ਦਾ ਜਵਾਬ ਵੀ ਮੰਨਿਆ ਜਾ ਰਿਹਾ। ਇਹ ਬੈਲਟ ਐਂਡ ਰੋਡ ਇਨੀਸ਼ੀਏਟਿਵ BRI ਅਤੇ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਜਾਨੀ CPECI ਇੱਕ ਲਿਹਾਜ਼ ਨਾਲ CPEC ਨੂੰ BRI ਦਾ ਹਿੱਸਾ ਹੀ ਮੰਨਿਆ ਜਾ ਸਕਦਾ। ਫਿਲਹਾਲ 8 ਦੇਸ਼ ਇਸ ਇਕਨੋਮਿਕ ਕੋਰੀਡੋਰ ਦਾ ਹਿੱਸਾ ਹਨ। ਇਸ ਡੀਲ ਦੇ ਅਣਗਿਣਤ ਫਾਇਦੇ ਨੇ। ਇਸ ਨੂੰ 10 ਸਾਲ ਵਿੱਚ ਕੰਪਲੀਟ ਕਰਨ ਦਾ ਟਾਰਗੇਟ ਹੈ। ਇਕਨੋਮਿਕ ਕੋਰੀਡੋਰ ਦੀ ਅਹਿਮੀਅਤ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸਾਫ਼ ਕੀਤਾ, ਕਿਹਾ ਕਿ ਵਨ ਅਰਥ, ਵਨ ਫਿਊਚਰ ਤੇ ਵਨ ਫੈਮਿਲੀ ਦਾ ਫਾਰਮੂਲਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਦਿੱਤਾ ਹੈ। ਉਹਨਾਂ ਦਾ ਸ਼ੁਕਰੀਆ। ਭਾਰਤ, ਯੂਨਾਈਟਿਡ ਅਰਬ ਆਫ ਇਮਰਾਤ ਯਾਨੀ UAE, ਸਾਊਦੀ ਅਰਬ, ਯੂਰਪੀਅਨ ਯੂਨੀਅਨ, EU, ਇਟਲੀ, ਜਰਮਨੀ, ਫਰਾਂਸ ਅਤੇ ਅਮਰੀਕਾ ਇਸ ਡੀਲ ਵਿੱਚ ਸ਼ਾਮਲ ਹਨ। ਵਾਈਟ ਹਾਊਸ ਦੇ ਬੁਲਾਰੇ ਨੇ ਪਿਛਲੇ ਦਿਨਾਂ ਵਿੱਚ ਇਸ ਡੀਲ ਦੀ ਤਰਫ ਵੱਲ ਇਸ਼ਾਰਾ ਕਰਦੇ ਕਿਹਾ ਸੀ ਕਿ ਹੋ ਸਕਦਾ ਜਲਦੀ ਕੁਝ ਔਰ ਜਿਹੜੇ ਦੇਸ਼ ਨੇ ਇਸ ਖਾਸ ਇਕਨੋਮਿਕ ਕੋਰੀਡੋਰ ਡੀਲ ਦਾ ਹਿੱਸਾ ਬਣਨ। ਇਹਨਾਂ ਵਿੱਚ ਕੁਝ ਨਾਮ ਤੁਹਾਨੂੰ ਚੁਕਾਉਣ ਵਾਲੇ ਹੋ ਸਕਦੇ ਨੇ। ਉਧਰ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਕੱਲ੍ਹ ਯੂਰਪ ਦੌਰੇ ਤੇ ਨੇ ਤੇ ਤੀਸਰੇ ਦਿਨ ਪੈਰਿਸ ਦੀ ਸਾਈਪੇਜ ਪੋ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ BJP ਸਰਕਾਰ ਇੰਡੀਆ ਗੱਠਜੋੜ ਨਾਮ ਦੇ ਤੋਂ ਚਿੜ ਗਈ ਹੈ। ਇਸੇ ਵਜ੍ਹਾ ਦੇ ਨਾਲ ਦੇਸ਼ ਦਾ ਨਾਮ BJP ਬਦਲਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਮੈਂ ਗੀਤਾ ਪੜ੍ਹੀ ਆ, ਉਹਦੇ ਛੰਦ ਵੀ ਪੜ੍ਹੇ ਨੇ ਤੇ ਕਈ ਹਿੰਦੂ ਕਿਤਾਬਾਂ ਵੀ ਪੜ੍ਹੀਆਂ ਨੇ। ਇਸ ਆਧਾਰ 'ਤੇ ਮੈਂ ਵੀ ਕਹਿ ਸਕਦਾ ਕਿ BJP ਜੋ ਕਰਦੀ ਆ ਉਸ ਵਿੱਚ ਕੁਝ ਵੀ ਹਿੰਦੂਵਾਦੀ ਨਹੀਂ ਹੈ। ਰਾਹੁਲ ਗਾਂਧੀ ਨਾਰਵੇ ਦੀ ਰਾਜਧਾਨੀ ਓਸਲੋ ਜਾਣਗੇ। ਮੀਡੀਆ ਰਿਪੋਰਟ ਦੇ ਮੁਤਾਬਕ ਉਹ ਇੱਕ ਪ੍ਰਵਾਸੀ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਉਹ G20 ਸਿਖਰ ਸੰਮੇਲਨ ਖਤਮ ਹੋਣ ਦੇ 2 ਦਿਨ ਬਾਅਦ ਯਾਨੀ 13 ਸਤੰਬਰ ਨੂੰ ਭਾਰਤ ਵਾਪਸ ਆਉਣਗੇ। ਰਾਹੁਲ ਗਾਂਧੀ ਨੇ ਇਹ ਵੀ ਵੱਡੀਆਂ ਗੱਲਾਂ ਕਹੀਆਂ ਨੇ ਕਿ ਦੇਸ਼ ਵਿੱਚ ਘੱਟ ਗਿਣਤੀਆਂ 'ਤੇ ਹਮਲੇ ਹੋ ਰਹੇ ਨੇ।
ਉਹਨਾਂ ਨੇ ਕਿਹਾ ਕਿ ਬੀਜੇਪੀ ਤੇ ਆਰਐਸ ਭਾਰਤ ਵਿੱਚ ਹੇਠਲੀ ਜਾਤੀ ਦੇ, ਪਿਛੜੀ ਜਾਤੀ ਦੇ, ਇਸ ਤੋਂ ਇਲਾਵਾ ਘੱਟ ਗਿਣਤੀਆਂ ਦੇ ਹੱਕਾਂ ਤੇ ਡਾਕਾ ਮਾਰੀ ਹੈ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਅਜਿਹਾ ਭਾਰਤ ਨਹੀਂ ਚਾਹੁੰਦਾ ਜਿੱਥੇ ਲੋਕਾਂ ਦੇ ਨਾਲ ਬਦਸਲੂਕੀ ਕੀਤੀ ਜਾਵੇ। ਉਹਨਾਂ ਬੀਜੇਪੀ ਦੀ ਵਿਚਾਰਧਾਰਾ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਕਦੀ ਅਜਿਹੀ ਹਿੰਦੂ ਕਿਤਾਬ ਵਿੱਚ ਨਹੀਂ ਪੜ੍ਹਿਆ ਤੇ ਨਾ ਹੀ ਕਿਸੇ ਹਿੰਦੂ ਵਿਦਵਾਨ ਤੋਂ ਸੁਣਿਆ ਕਿ ਤੁਹਾਨੂੰ ਕੋਈ ਨੁਕਸਾਨ ਪਹੁੰਚਾਇਆ ਜਾਵੇ ਜੋ ਕਮਜ਼ੋਰ ਹੋਵੇ। ਇਹ ਬੀਜੇਪੀ ਦੇ ਲੋਕ ਨੇ, ਹਿੰਦੂ ਰਾਸ਼ਟਰਵਾਦੀ ਨਹੀਂ ਆ। ਉਹਨਾਂ ਦਾ ਹਿੰਦੂ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ। ਉਹ ਸੱਤਾ ਪਾਉਣ ਵਾਸਤੇ ਕੁਝ ਵੀ ਕਰ ਸਕਦੇ ਨੇ। ਭਾਰਤ ਵਿੱਚ ਸਿੱਖ ਭਾਈਚਾਰੇ ਸਮੇਤ 20 ਕਰੋੜ ਲੋਕ ਆਪਣੇ ਆਪ ਨੂੰ ਖੌਫ ਦੇ ਮਾਹੌਲ ਵਿੱਚ ਨੇ। ਇਹ ਸਾਡੇ ਲਈ ਸ਼ਰਮ ਵਾਲੀ ਗੱਲ ਹੈ। ਇਸ ਨੂੰ ਠੀਕ ਕਰਨ ਦੀ ਜ਼ਰੂਰਤ ਆ। ਅਜਿਹੇ ਘੱਟ ਗਿਣਤੀਆਂ ਵੀ ਹਨ ਜੋ ਬਹੁਤ ਹੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਉਹਨਾਂ ਵਿੱਚ ਔਰਤਾਂ ਵੀ ਆ ਜੋ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ। ਪਿਛਲੇ ਦਿਨੀ ਰਾਹੁਲ ਗਾਂਧੀ ਨੇ ਆਪਣੇ ਦੌਰੇ ਵਿੱਚ ਇਹ ਵੀ ਕਿਹਾ ਹੈ ਕਿ ਭਾਰਤ ਦੇ ਅੰਦਰ ਇਸ ਵਕਤ ਮਹਾਤਮਾ ਗਾਂਧੀ ਅਤੇ ਨੱਥੂ ਰਾਮ ਗੌਡਸੇ ਦੇ ਵਿਜ਼ਨ ਨੂੰ ਲੈ ਕੇ ਲੜਾਈ ਚੱਲ ਰਹੀ ਆ। ਲੋਕਤੰਤਰ ਅਤੇ ਜਿਹੜੀਆਂ ਮਹੱਤਵਪੂਰਨ ਸੰਸਥਾਵਾਂ ਨੇ ਉਸ 'ਤੇ ਹਮਲੇ ਹੋ ਰਹੇ ਨੇ। ਹਿੰਸਾ, ਭੇਦਭਾਵ ਵੱਧ ਰਿਹਾ। ਘੱਟ ਗਿਣਤੀਆਂ, ਦਲਿਤ, ਆਦੀਵਾਸੀ ਅਤੇ ਦਬਲੇ ਕੁਚਲੇ ਲੋਕਾਂ 'ਤੇ ਹਮਲੇ ਹੋ ਰਹੇ ਨੇ। ਫਿਲਹਾਲ ਦੇਸ਼ ਦਾ ਖਬਰਨਾਮਾ ਇੱਥੇ ਹੀ ਸਮਾਪਤ ਕਰਦੇ, ਪਰ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।